ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਸੀ ਪੰਜਾਬ ਹਰਿਆਣਾ ਹਿਮਾਚਲ ਤੇ ਮੈਂ ਤੁਹਾਡੇ ਨਾਲ ਜੋਤੀ। ਤਾਂ ਮੇਰੇ ਨਾਲ ਸਟੂਡੀਓ ਦੇ ਵਿੱਚ ਮੇਰੇ ਸਹਿਯੋਗੀ ਮੌਜੂਦ ਨੇ ਮਨਪ੍ਰੀਤ ਚਾਹਲ। ਤਾਂ ਅੱਜ ਅਸੀਂ ਤੁਹਾਨੂੰ ਅਜਿਹੀ ਸ਼ਖਸੀਅਤ ਦੇ ਨਾਲ ਰੂਬਰੂ ਕਰਾਵਾਂਗੇ ਜਿਨ੍ਹਾਂ ਨੇ ਗਲਿਟਸ ਮਿਸ ਪੰਜਾਬ 2026 ਦਾ ਖਿਤਾਬ ਜਿੱਤਿਆ। ਤਾਂ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਦਿਕਸ਼ਪ੍ਰੀਤ ਕੌਰ ਜਿਨ੍ਹਾਂ ਨੇ ਇੱਕ ਖਿਤਾਬ ਹਾਸਲ ਕੀਤਾ ਹੈ। ਤਾਂ ਬਹੁਤ-ਬਹੁਤ ਸਵਾਗਤ ਹੈ ਦਿਕਸ਼ਪ੍ਰੀਤ ਤੁਹਾਡਾ ਸਾਡੇ ਸਟੂਡੀਓ 'ਚ ਤੁਸੀਂ ਪਹੁੰਚੇ। ਸਭ ਤੋਂ ਪਹਿਲਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਕਿ ਤੁਸੀਂ ਇਹ ਖਿਤਾਬ ਹਾਸਲ ਕੀਤਾ ਹੈ। ਤਾਂ ਪੁੱਛਣਾ ਚਾਹਾਂਗੇ ਕਿ ਤੁਹਾਡਾ ਪੂਰਾ ਜੋ ਸਫ਼ਰ ਸੀ, ਜਰਨੀ ਸੀ, ਕਿਸ ਤਰੀਕੇ ਦੀ ਰਹੀ? ਸ਼ੁਕਰੀਆ ਜੋਤੀ, ਤੁਸੀਂ ਇੰਨਾ ਵਧੀਆ ਇੰਟਰੋਡਿਊਸ ਕੀਤਾ। ਤੇ ਜਰਨੀ ਦੀ ਆਪਾਂ ਗੱਲ ਕਰੀਏ, ਗਲਿਟਸ ਮਿਸ ਪੰਜਾਬ ਇਜ਼ ਅ ਹਿਊਜ ਪਲੇਟਫਾਰਮ ਇਨ ਇਟਸੈਲਫ ਤੇ ਇਹ ਸੈਕੰਡ ਹੀ ਸੀਜ਼ਨ ਸੀਗਾ ਸਾਡਾ। ਇਟਸ ਅ ਨਿਊ ਪਲੇਟਫਾਰਮ, ਪਰ ਜਿਸ ਤਰੀਕੇ ਨਾਲ ਰਣਦੀਪ ਸਰ ਨੇ ਇਸ ਪਲੇਟਫਾਰਮ ਨੂੰ ਅੱਗੇ ਵਧਾਇਆ ਹੈ ਤੇ ਇਸ ਬਾਰੇ ਚਿਤਕਾਰਾ 'ਚ ਆਰਗੇਨਾਈਜ਼ ਕੀਤਾ ਗਿਆ ਸੀਗਾ। ਸੋ ਇਟ ਵਾਜ਼ ਅ ਹਿਊਜ ਪੈਜੈਂਟ ਤੇ ਸਾਡੇ 2000 ਕੁਛ ਕੰਟੈਸਟੈਂਟ ਸੀਗੇ ਜਿਨ੍ਹਾਂ ਦੇ ਆਡੀਸ਼ਨਸ ਹੋਏ। ਸੋ ਇਟ ਵਾਜ਼ ਨਾਟ ਐਨ ਈਜ਼ੀ ਜਰਨੀ। बहुत मेहनत की है, रेजिलियंस दिखाई है, परसिवरेंस, क्योंकि ऑब्सटिकल्स हर एक दी जर्नी च आते हैं, बहुत दिक्कत आईयां, बट यस मेड इट थ्रू। सो सिटिंग हेयर जी ਦੇ ਵੀਡੀਓ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਪਹਿਲਾਂ ਤਾਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਜਿਹੜਾ ਤੁਹਾਨੂੰ ਸਨਮਾਨ ਮਿਲਿਆ ਹੈਗਾ ਹੈ। ਜਰਨੀ ਦੇ ਵਿੱਚ ਸਭ ਤੋਂ ਔਖਾ ਸਮਾਂ ਕਿਹੜਾ ਤੁਹਾਨੂੰ ਲੱਗਿਆ? ਕਿਹੜਾ ਲੱਗਿਆ ਕਿ ਹਾਂ ਹੁਣ ਬੜਾ ਟਫ ਹੈਗਾ ਹੈ ਇਹ ਜਿਹੜਾ ਮੈਂ ਇਸ ਵਕਤ ਜਰਨੀ ਨੂੰ ਸ਼ੁਰੂ ਕੀਤਾ ਹੈ, ਬੜੀ ਮੁਸ਼ਕਿਲ ਲੱਗ ਰਹੀ ਹੈ, ਨਜ਼ਰ ਆਉਂਦੀ ਪਈ? ਇਹ ਮੇਰੇ ਨਾਲ ਰੋਜ਼ ਹੀ ਹੁੰਦਾ ਹੈ ਵੈਸੇ ਤਾਂ, ਵੀ ਹਰ ਰੋਜ਼ ਹੀ ਮਨ ਕਰਦਾ ਸੀ ਵੀ ਚੱਲ ਹੁਣ ਗਿਵ ਅਪ ਕਰ ਦਿੰਦੇ ਹਾਂ, ਲੈਟਸ ਨਾਟ ਗੋ ਅਹੈਡ ਵਿਦ ਇਟ, ਵੀ ਛੱਡ ਦੇ ਬਸ। ਕਿਉਂਕਿ ਜਦੋਂ ਆਪਾਂ ਕੋਈ ਵੀ ਗੋਲ ਬਣਾ ਲਈਏ ਵੀ ਹੁਣ ਇਹ ਮੇਰਾ ਫੋਕਸ ਹੈ ਐਂਡ ਆਈ ਹੈਵ ਟੂ ਗੋ ਫॉर ਇਟ ਤੇ ਮੈਂ ਇਹੀ ਅਚੀਵ ਕਰਨਾ ਹੈ, ਹਮੇਸ਼ਾ ਆਬਸਟੀਕਲਸ ਆਉਣਗੇ, ਦਿੱਕਤਾਂ ਆਉਣਗੀਆਂ ਤੇ ਉਹ ਹਰੇਕ ਦੀ ਲਾਈਫ 'ਚ ਆਉਂਦੀਆਂ। ਮੇਰੇ ਨਾਲ ਤਾਂ ਰੋਜ਼ ਹੀ ਹੁੰਦਾ ਸੀ ਵੀ ਦੀਕਸ਼ਾ ਹੁਣ ਛੱਡ ਦੇ, ਹੁਣ ਨਹੀਂ, ਬਸ ਖਤਮ। ਬਟ ਦੈਨ ਅਗੇਨ ਯੂ ਹੈਵ ਟੂ ਗੋ ਬਿਯੋਂਡ ਦੈਟ। ਤੁਸੀਂ ਜੋ ਮਰਜ਼ੀ ਹੋ ਜਾਵੇ, ਜੇ ਤੁਸੀਂ ਇੱਕ ਆਪਣਾ ਲਕਸ਼ ਬਣਾ ਲਿਆ, ਤੁਹਾਡਾ ਇਹ ਸੋਸ਼ਲ ਰਿਸਪੌਂਸਿਬਿਲਿਟੀ, ਮੋਰਲ ਰਿਸਪੌਂਸਿਬਿਲਿਟੀ ਬਣਦੀ ਹੈ ਕਿ ਯੂ ਗੋ ਫॉर ਇਟ ਐਂਡ ਅਚੀਵ ਇਟ ਐਂਡ ਮੇਕ ਯੋਰਸੈਲਫ ਐਂਡ ਐਵਰੀਵਨ ਪ੍ਰਾਊਡ। ਤੇ ਤੁਸੀਂ ਪੰਜਾਬ ਦੇ ਨਾਲ ਸੰਬੰਧ ਰੱਖਦੇ ਹੋ ਤੇ ਜਦੋਂ ਮਿਸ ਪੰਜਾਬ ਬਣੇ ਤਾਂ ਫੈਮਿਲੀ ਦਾ ਕਿਸ ਤਰੀਕੇ ਦਾ ਸਪੋਰਟ ਰਿਹਾ, ਦੋਸਤਾਂ ਦਾ ਕਿਸ ਤਰੀਕੇ ਦਾ ਸਪੋਰਟ ਰਿਹਾ ਹੈ? ਬਿਲਕੁਲ ਮੈਮ, ਐਵਰੀਵਨ ਇਜ਼ ਵੈਰੀ ਵੈਰੀ ਪ੍ਰਾਊਡ। ਜਦੋਂ ਆਪਾਂ ਗੱਲ ਪੰਜਾਬ ਦੀ ਕਰਦੇ ਹਾਂ ਤੇ ਇੱਕ ਟਾਈਟਲ ਲੈਣਾ ਮਿਸ ਪੰਜਾਬ ਦੇ ਨਾਮ ਤੋਂ, ਇਟ ਇਜ਼ ਅ ਹਿਊਜ ਰਿਸਪੌਂਸਿਬਿਲਿਟੀ ਇਨ ਇਟਸੈਲਫ। ਆਪਾਂ ਕਹਿੰਦੇ ਹਾਂ ਵੀ ਕਰਾਊਨਸ ਬਹੁਤ ਹੈਵੀ ਹੁੰਦੇ ਨੇ, ਉਹ ਵੇਟ ਕਰਕੇ ਹੈਵੀ ਨਹੀਂ ਹੁੰਦੇ, ਦ ਵੇਟ ਇਜ਼ ਸੈਕੰਡਰੀ। ਜਿਹੜਾ ਉਹ ਟਾਈਟਲ ਜੁੜ ਜਾਂਦਾ ਹੈ ਤੁਹਾਡੇ ਨਾਮ ਦੇ ਨਾਲ ਕਿ ਗਲਿਟਸ ਮਿਸ ਪੰਜਾਬ ਦਿਕਸ਼ਪ੍ਰੀਤ ਕੌਰ, ਇਟ ਇਜ਼ ਅ ਹੈਵੀ ਟਾਈਟਲ ਐਂਡ ਇਟ ਕਮਸ ਵਿਦ ਅ ਹਿਊਜ ਰਿਸਪੌਂਸਿਬਿਲਿਟੀ। So to take over that responsibility with pride and to understand कि ਜਦੋਂ ਮਿਸ ਪੰਜਾਬ ਦਾ ਟਾਈਟਲ ਲੱਗ ਜਾਂਦਾ ਹੈ ਤੋਂ ਐਕਸਪੈਕਟੇਸ਼ਨਸ ਹੁੰਦੀਆਂ ਨੇ ਤੇ ਫਿਰ ਜਦੋਂ ਤੁਹਾਨੂੰ ਉਹ ਟਾਈਟਲ ਮਿਲ ਜਾਂਦਾ ਹੈ, ਆਫ ਕੋਰਸ ਐਵਰੀਵਨ ਇਜ਼ ਪ੍ਰਾਊਡ। ਤੁਹਾਡੇ ਪੈਰੈਂਟਸ, ਤੁਹਾਡੇ ਰਿਲੇਟਿਵਸ, ਫਰੈਂਡਸ, ਐਵਰੀਵਨ ਇਜ਼ ਵੈਰੀ ਮਚ ਸਪੋਰਟਿਵ। ਦੇ ਆਰ ਵੈਰੀ ਹੈਪੀ, ਦੇ ਆਰ ਵੈਰੀ ਪ੍ਰਾਊਡ ਐਂਡ ਵੈਰੀ ਗ੍ਰੇਟਫੁਲ। ਦੇਖੋ, ਕਿਹੜੇ ਜ਼ਿਲ੍ਹੇ ਨਾਲ ਤੁਸੀਂ ਸੰਬੰਧ ਰੱਖਦੇ ਹੋ? ਪਰਿਵਾਰਕ ਪਿਛੋਕੜ ਬਾਰੇ ਜਾਣਕਾਰੀ ਜ਼ਰੂਰ ਦਿਓ, ਆਪਣੇ ਭੈਣ ਭਰਾਵਾਂ ਬਾਰੇ ਜਾਣਕਾਰੀ ਜ਼ਰੂਰ ਦਿਓ। ਜੀ ਸਰ ਮੈਂ ਪਟਿਆਲੇ ਤੋਂ ਹਾਂ, ਪਟਿਆਲਾ ਦ ਰਾਇਲ ਸਿਟੀ। ਤੇ ਮੇਰੇ ਫਾਦਰ ਸਾਹਿਬ, ਹੀ ਇਜ਼ ਫਰੋਮ ਲੁਧਿਆਣਾ ਡਿਸਟ੍ਰਿਕਟ, ਮਾਈ ਮਦਰ ਬਿਲੋਂਗਸ ਟੂ ਖਰੜ ਐਂਡ ਆਈ ਹੈਵ ਅ ਯੰਗਰ ਸਿਸਟਰ, ਸ਼ੀ ਇਜ਼ ਕਰੰਟਲੀ ਸਟੱਡਿੰਗ ਇਨ ਸਕੂਲ। ਤੇ ਜੇਕਰ ਗੱਲ ਕੀਤੀ ਜਾਵੇ, ਕਦੋਂ ਇਹ ਅਹਿਸਾਸ ਹੋਇਆ ਕਿ ਹੁਣ ਮਾਡਲਿੰਗ ਵੱਲ ਨੂੰ ਤੁਰ ਪੈਣਾ ਹੈ ਤੇ ਇਸ ਜਗ੍ਹਾ ਦੇ ਉੱਤੇ ਆ ਕੇ ਆਪਣਾ ਨਾਮ ਰੋਸ਼ਨ ਕਰਨਾ ਹੈ ਤੇ ਸੂਬੇ ਦਾ ਨਾਮ ਹੁਣ ਤੁਸੀਂ ਰੋਸ਼ਨ ਕਰ ਹੀ ਚੁੱਕੇ ਹੋ? I have been on the stage since my 5 years of age ਤੇ ਮੈਨੂੰ ਲਾਈਮਲਾਈਟ ਉਦੋਂ ਤੋਂ ਹੀ ਬਹੁਤ ਵਧੀਆ ਲੱਗਦੀ ਹੈ। ਜਿਵੇਂ ਹੁਣ ਵੀ ਸਪੌਟਲਾਈਟ ਮੇਰੇ ਉੱਪਰ ਗਿਰ ਰਹੀ ਹੈ, ਆਈ ਐਮ ਜਸਟ ਲਵਿੰਗ ਇਟ। ਲਾਈਕ ਆਈ ਲਵ ਬੀਇੰਗ ਔਨ ਦ ਸਟੇਜ ਐਂਡ ਟਾਕਿੰਗ। ਆਈ ਲਵ ਇਟ ਵੈਨ ਪੀਪਲ ਲਿਸਨ ਟੂ ਮੀ, ਵੈਨ ਦੇ ਲੁੱਕ ਐਟ ਮੀ, ਮੈਨੂੰ ਬਹੁਤ ਵਧੀਆ ਲੱਗਦਾ ਹੈ। ਸੋ ਉਹ ਐਕਸਪੀਰੀਅੰਸ ਮੇਰਾ ਜਦ ਮੈਂ 5 ਸਾਲ ਦੀ ਸੀ ਉਦੋਂ ਤੋਂ ਹੀ ਰਿਹਾ ਹੈ। But then again, the journey of transition from speaking to modeling, it happened when I fetched a tiara for myself in my 12th class modeling. ਜਦੋਂ farewell ਹੁੰਦੀ ਹੈ ਤੇ ਸਾਰੇ ਸਕੂਲਸ ਤੇ ਕਾਲਜਸ 'ਚ modeling ਹੁੰਦੀ ਹੈ। ਸੋ ਉਦੋਂ walk ਵੀ ਨਹੀਂ ਆਉਂਦੀ ਸੀ, ਉਦੋਂ ਬਸ speaking ਆਉਂਦੀ ਹੁੰਦੀ ਸੀ ਕਿਉਂਕਿ I was a speaker। ਤੇ ਪਰ somehow I wore a ਸਾੜੀ and I was like ਵੀ ਚਲੋ ਬਹੁਤ ਸੋਹਣੇ ਲੱਗ ਰਹੇ ਆ ਤੇ ਆਪਾਂ ਹੁਣ walk ਕਰਾਂਗੇ and then happened to win that। ਉਸ ਦਿਨ ਬਸ ਜਿੱਤ ਗਏ। ਤੇ ਉਸ ਦਿਨ ਜਦੋਂ ਟਿਆਰਾ ਵਾਜ਼ ਔਨ ਮਾਈ ਹੈਡ, ਆਈ ਵਾਜ਼ ਲਾਈਕ ਓਕੇ ਦਿਸ ਲੁਕਸ ਨਾਈਸ, ਯਾਰ ਇਹ ਸੋਹਣਾ ਲੱਗਦਾ ਪਿਆ, ਇਹ ਤੋਂ ਵੱਡਾ ਵੀ ਤਾਂ ਕੁਝ ਹੋਏਗਾ ਨਾ।
So I fetched the tag of Miss Modern that day. I was like, what next? ਹੁਣ ਅੱਗੇ ਕੀ? So that was a phase ਵੀ ਚੱਲ ਹੁਣ ਇਸ ਤੋਂ ਅੱਗੇ ਕੁਝ ਕਰਨਾ ਹੈ ਤਾਂ ਸ਼ਾਈਨ ਕਰਨਾ ਹੈ on a bigger platform. ਸਕੂਲ ਦੇ ਸਟੇਜ ਤੇ ਸ਼ਾਈਨ ਕਰਨਾ is a huge is a big thing in itself because ਸਕੂਲ ਦਾ ਉੱਥੋਂ ਹੀ ਸ਼ੁਰੂਆਤ ਹੁੰਦੀ ਹੈ ਹਰੇਕ ਦੀ, ਰਾਈਟ? ਸੋ ਆਈ ਐਮ ਗ੍ਰੇਟਫੁਲ, ਬਟ ਦੈਨ ਉੱਥੋਂ ਹੀ ਸਟਾਰਟ ਹੋ ਗਿਆ ਸੀ ਵੀ ਹੁਣ ਨੈਕਸਟ ਵਾਟ। ਤੇ ਹੁਣ ਤੁਸੀਂ ਮਿਸ ਪੰਜਾਬ 2026 ਦਾ ਖਿਤਾਬ ਹਾਸਲ ਕੀਤਾ, ਅੱਗੇ ਦਾ ਕੋਈ ਪਲਾਨ ਹੈ ਮਿਸ ਇੰਡੀਆ ਜਾਂ ਮਿਸ ਯੂਨੀਵਰਸ? ਬਿਲਕੁਲ ਮੈਮ, ਆਈ ਐਮ ਅ ਵੈਰੀ ਐਂਬਿਸ਼ੀਅਸ ਪਰਸਨ, ਮੈਨੂੰ ਰੁਕਣਾ ਆਉਂਦਾ ਹੀ ਨਹੀਂ ਵੀ ਚਲੋ ਹੁਣ ਯੂ ਨੋ ਵੀ ਅਚੀਵਡ ਸਮਥਿੰਗ, ਬਟ ਵਾਟ ਕਮਸ ਨੈਕਸਟ, ਕਿਉਂਕਿ ਤੁਹਾਡੀ ਜਰਨੀ ਜਦੋਂ ਤੁਹਾਨੂੰ ਇੱਕ ਕਰਾਊਨ ਮਿਲ ਜਾਂਦਾ ਉੱਥੇ ਖਤਮ ਨਹੀਂ ਹੁੰਦੀ, ਉੱਥੋਂ ਐਕਚੁਅਲੀ ਸਟਾਰਟ ਹੁੰਦੀ ਹੈ। ਵੀ ਆਪਾਂ ਕਹੀਏ ਵੀ ਐਂਡ ਗੋਲ ਇਹ ਹੈ ਤੁਹਾਨੂੰ ਕਰਾਊਨ ਮਿਲ ਗਿਆ ਐਂਡ ਯੂ ਗॉट ਦ ਟੈਗ, ਉੱਥੋਂ ਤੁਹਾਡੀ ਜਰਨੀ ਦੀ ਬਿਗਨਿੰਗ ਹੁੰਦੀ ਹੈ। ਇਟਸ ਨਾਟ ਦੀ ਐਂਡ ਡੈਸਟੀਨੇਸ਼ਨ, ਬਿਕਾਜ਼ ਉੱਥੋਂ ਸ਼ੁਰੂਆਤ ਹੁੰਦੀ ਹੈ ਤੁਹਾਡੀ ਅਸਲੀ ਜਰਨੀ ਦੀ, ਜਦੋਂ ਤੁਹਾਨੂੰ ਲੋਕ ਦੇਖਦੇ ਨੇ, ਤੁਹਾਨੂੰ ਜਾਣਦੇ ਨੇ, ਤੁਹਾਨੂੰ ਪਛਾਣਦੇ ਨੇ, ਤੁਹਾਤੋਂ ਐਕਸਪੈਕਟੇਸ਼ਨਸ ਰੱਖੀਆਂ ਜਾਂਦੀਆਂ ਨੇ ਅਤੇ ਇਸ ਤੋਂ ਬਾਅਦ ਐਕਸਪੈਕਟੇਸ਼ਨਸ ਹੋਰ ਵੱਧ ਜਾਂਦੀਆਂ ਨੇ। ਤੁਸੀਂ ਇਹ ਪਾ ਕੇ ਗੁੰਮਨਾਮ ਨਹੀਂ ਹੋ ਸਕਦੇ, ਯੂ ਹੈਵ ਟੂ ਕੰਟੀਨਿਊ ਟੂ keep going forward, to strive ahead, we next what again, next what, so continue forward ਤੁਸੀਂ ਗੱਲ ਕੀਤੀ ਆ। ਬਤੌਰ ਕੈਰੀਅਰ ਅੱਗੇ ਕਿਸ ਤਰ੍ਹਾਂ ਦੇਖਦੇ ਪਏ ਹੋ? ਫਿਲਮਾਂ 'ਚ ਜਾਣ ਦਾ ਮਨ ਹੈ, ਟੀਵੀਜ਼ 'ਤੇ ਜਾਣ ਦਾ ਮਨ ਹੈ? ਦੇਖੋ ਇੱਕ ਵੂਮਨ ਇੰਪਾਵਰਮੈਂਟ ਦੀ ਵੀ ਤੁਸੀਂ ਇਸ ਵਕਤ ਐਗਜ਼ਾਮਪਲ ਹੈਗੇ ਆ, ਤਾਂ ਉਸ ਚੀਜ਼ ਨੂੰ ਕਿਸ ਤਰ੍ਹਾਂ ਤੁਸੀਂ ਅੱਗੇ ਲੈ ਕੇ ਜਾਓਗੇ? ਸਰ ਵਿਮਨ ਇੰਪਾਵਰਮੈਂਟ ਦੀ ਜੇ ਆਪਾਂ ਗੱਲ ਕਰੀਏ, women empowerment is a huge issue these days, right? ਤੇ ਤੁਸੀਂ ਇਸ ਦੋ ਕੁਐਸਚਨਸ ਜੋੜੇ ਨੇ, ਇੱਕ ਵੂਮਨ ਇੰਪਾਵਰਮੈਂਟ ਦਾ ਤੇ ਇੱਕ ਮੇਰਾ ਪਰਸਨਲ ਕੁਐਸਚਨ ਵੀ ਮੈਂ ਅੱਗੇ ਕੀ ਕਰਨਾ ਚਾਹੂੰਗੀ। ਮੈਂ ਜੇ ਪਰਸਨਲੀ ਗੱਲ ਕਰੀਏ, I would yes again wish to take part in a few pageants and it would be a huge honor to represent my country on a global platform. Because as much as I love Punjab, Punjab is the heart and soul of India. So to represent India on a global platform will be a huge responsibility and a dream come true for me. And when we come to women empowerment, the second part of your question, sir, women empowerment ਦੀ ਜਦੋਂ ਆਪਾਂ ਗੱਲ ਕਰੀਏ, ਉਹਨੂੰ ਮੈਂ ਕਿਸ ਤਰੀਕੇ ਨਾਲ ਰਿਪਰੈਜ਼ੈਂਟ ਕਰਨਾ ਚਾਹੂੰਗੀ। ਮੈਂ ਨਹੀਂ ਕਹਿੰਦੀ ਵੀ ਮੈਂ ਬਹੁਤ ਕੁਝ ਕਰ ਲਿਆ ਲਾਈਫ 'ਚ, ਬਿਕਾਜ਼ ਇਟਸ ਜਸਟ ਅ ਸਟਾਰਟ ਐਂਡ ਆਮ ਪ੍ਰੀਟੀ ਯੰਗ। ਪਰ ਜੇ ਇਹ ਦੇਖ ਕੇ ਕੋਈ ਇੱਕ ਵੀ ਗਰਲ ਜਿਹੜੀ ਹੈਗੀ ਹੈ ਉਹਨੂੰ ਲੱਗਦਾ ਹੈ, ਜੇ ਉਹਨੂੰ ਵੀ ਲੱਗਦਾ ਹੈ ਵੀ ਜੇ ਉਹ ਮੇਰੀ ਜਗ੍ਹਾ 'ਤੇ ਹੈਗੀ ਹੈ, ਵੀ ਡੇਲੀ ਮਨ ਕਰ ਰਿਹਾ ਵੀ ਗਿਵ ਅਪ ਕਰ ਦਈਏ, ਕੋਈ ਸਪੋਰਟ ਨਹੀਂ ਹੈਗਾ, ਮੇਰੇ ਡਰੀਮਸ ਬਹੁਤ ਵੱਡੇ ਨੇ, ਮੇਰੀ ਫੈਮਿਲੀ ਨਹੀਂ ਸਮਝ ਰਹੀ, ਮੇਰੇ ਫਰੈਂਡਸ ਨਹੀਂ ਸਮਝ ਪਾ ਰਹੇ, ਜਾਂ ਮੈਂ ਕਿਸੇ ਨੂੰ ਸਮਝਾ ਨਹੀਂ ਪਾ ਰਹੀ, ਨੋ ਵਨ ਇਜ਼ ਦੇਅਰ। ਤੁਸੀਂ ਆਪ ਹੋ ਆਪਣੇ ਲਈ, ਯੂ ਨੋ ਵਾਟ ਯੂ ਵਾਂਟ ਟੂ ਡੂ, ਯੋਰ ਗੋਲਸ ਆਰ ਸੈਟ, ਕਰ ਲਓ, ਕਰਕੇ ਦੇਖ ਲਓ। ਤੁਸੀਂ ਜ਼ਿਆਦਾ ਤੋਂ ਜ਼ਿਆਦਾ ਫੇਲ ਹੋ ਜਾਓਗੇ। ਦੇਰ ਇਜ਼ ਦਿਸ ਇੰਗਲਿਸ਼ ਸੇਇੰਗ ਕਿ ਆਲਵੇਜ਼ ਏਮ ਫॉर ਦ ਮੂਨ, ਈਵਨ ਇਫ ਯੂ ਫੇਲ ਯੂ ਲੈਂਡ ਅਮੰਗ ਦ ਸਟਾਰਸ। ਸੋ ਇੱਕ ਵਾਰ ਟਰਾਈ ਕਰਕੇ ਦੇਖ ਲਓ, ਯੂ ਨੈਵਰ ਨੋ। ਸੋ ਵੂਮਨ ਇੰਪਾਵਰਮੈਂਟ ਇਹੀ ਹੈ ਵੀ ਤੁਹਾਡਾ ਗੋਲ ਫੋਕਸਡ ਹੋਣਾ ਚਾਹੀਦਾ ਹੈ ਐਂਡ ਗੋ ਫॉर ਇਟ। ਤੁਸੀਂ ਇੱਕ ਵਾਰ ਅਚੀਵ ਕਰ ਲਓ, ਫਿਰ ਆਪੇ ਹੀ ਸਾਰੇ ਖੁਸ਼ ਹੋ ਜਾਂਦੇ ਨੇ, ਐਵਰੀਵਨ ਇਜ਼ ਪ੍ਰਾਊਡ, ਬਟ ਯੂ ਸ਼ੁਡ ਨੋ ਵਾਟ ਯੂ ਵਾਂਟ ਟੂ ਡੂ ਐਂਡ ਹਾਊ ਯੂ ਸੀ yourself. Before you even fetch a title for yourself, before a door opens for you, you should know ਕਿ ਤੁਹਾਡਾ ਵਰਥ ਕੀ ਹੈ। ਤੇ ਤੁਹਾਡਾ ਜਿਹੜਾ ਇਹ ਸਫ਼ਰ ਰਿਹਾ ਹੈ, ਕੀ ਚੁਣੌਤੀਆਂ ਆਈਆਂ, ਕਿਸ ਤਰ੍ਹਾਂ ਦੀਆਂ ਚੁਣੌਤੀਆਂ ਦਾ ਤੁਸੀਂ ਸਾਹਮਣਾ ਕੀਤਾ ਹੈ? ਡੇਲੀ ਹਰ ਦਿਨ ਹੀ ਸਟਰਗਲ ਹੁੰਦਾ ਸੀ ਮੈਮ, ਬਿਕਾਜ਼ ਸਪੋਰਟ ਨਹੀਂ ਸੀਗੀ ਫੈਮਿਲੀ ਦੀ, ਕਿਉਂਕਿ ਉਹ ਵੀ ਆਈ ਅੰਡਰਸਟੈਂਡ, ਆਮ ਵੈਰੀ ਗ੍ਰੇਟਫੁਲ ਟੂ ਹੈਵ ਸੱਚ ਅ ਬਿਊਟੀਫੁਲ ਫੈਮਿਲੀ behind my side, but ਜਦੋਂ ਆਪਾਂ ਗੱਲ modeling ਦੀ ਕਰੀਏ, ਵੀ modeling ਕਰਨੀ ਹੈ and we come from a Punjabi family, so it happens, it comes with doubts, so support ਨਹੀਂ ਸੀਗੀ। ਤੇ plus this is a very personal thing which I'm sharing ਕਿ my mental health was also not quite that fine during the time I was taking some serious medications, so daily ਹੀ ਹੁੰਦਾ ਸੀ ਵੀ ਹੁਣ give up ਕਰ ਦੇ। Moreover, I have also faced body issues. ਮੇਰੇ body weight ਦੇ ਉੱਪਰ, ਮੇਰੇ skin color ਦੇ ਉੱਪਰ ਮੈਂ ਬਚਪਨ ਤੋਂ ਹੀ judgments face ਕੀਤੀਆਂ ਨੇ। So there was this time ਕਿ ਹੁਣ pageant ਨੇੜੇ ਆ ਰਿਹਾ, now you have to work on yourself, your communication, your body as well. So I started taking hardcore physical training. ਤੇ ਫਿਰ ਮੈਂ daily ਪਟਿਆਲਾ ਟੂ ਚੰਡੀਗੜ੍ਹ 60 ਕਿਲੋਮੀਟਰਸ 2 ਵਾਰ ਟਰੈਵਲ ਕੀਤਾ, ਜਦੋਂ ਕਹਿੰਦੇ ਸੀ ਵੀ ਸੁਪਰ ਐਲ ਨੀਨੋ ਹੈ, ਹੁਣ ਤੁਸੀਂ ਚੱਕਰ ਖਾ ਕੇ ਗਿਰ ਸਕਦੇ ਹੋ, ਇੱਦਾਂ ਹੋ ਜਾਏਗਾ, ਉੱਦਾਂ ਹੋ ਜਾਏਗਾ, ਕੀਪ ਯੋਰ ਵਾਟਰ ਬੋਟਲਸ ਵਿਦ ਯੂ, ਦਿਸ ਐਂਡ ਦੈਟ। ਮੈਂ ਡੇਲੀ ਟਰੈਵਲ ਕਰਦੀ ਹੁੰਦੀ ਸੀ, ਅਤੇ
ऐसे भी दिन सीगे भी मैं सवेरे रो के 2 घंटे ट्रैवल करके फिर जिम पहुंच रही एंड देन आई एम अगैन स्मैशिंग लाइक 50-60 kgs on my body. मैं आप 50-60 kgs दी सी, so I was almost smashing those weights and it was not easy. ਤੇ ਮੇਰੀ ਅੱਖਾਂ ਬੰਦ ਨੇ, ਮੈਨੂੰ ਕੁਝ ਨਹੀਂ ਸਮਝ ਆ ਰਿਹਾ ਵੀ ਚੱਲ ਕੀ ਰਿਹਾ ਹੈ. So that was the time. ਟਰਾਂਸਫਾਰਮ ਕਿੰਨਾ ਮੁਸ਼ਕਿਲ ਸੀਗਾ ਸਾਰੀ ਚੀਜ਼ ਦੇ ਵਿੱਚ ਕਰਨਾ ਆਪਣੇ ਆਪ ਨੂੰ? It's not easy, sir. It's not easy, and still this is a dream come true for me. ਮੈਨੂੰ ਹੁਣ ਵੀ ਯਕੀਨ ਕਰਨਾ ਥੋੜਾ ਜਿਹਾ ਮੁਸ਼ਕਿਲ ਹੋ ਰਿਹਾ ਹੈ ਵੀ ਮੈਂ ਐਕਚੁਅਲੀ ਉਸ ਫੇਸ ਤੋਂ ਨਿਕਲ ਗਈ, ਬਿਕਾਜ਼ 15 ਹੀ ਦਿਨ ਹੋਏ ਨੇ ਮੇਰੀ ਕਰਾਊਨਿੰਗ ਨੂੰ, and all of this is very new for me, but again I'm loving every bit of it kyunki I have worked hard for it. I saw this dream once with open eyes ਵੀ ਹਾਂ ਮੈਂ ਨਿਕਲਣਾ ਉਸ ਚੀਜ਼ ਤੋਂ ਬਾਹਰ, ਤੇ ਅੱਜ ਮੈਂ ਨਿਕਲੀ ਬੈਠੀ ਹਾਂ. So when I say this I have goosebumps. I have actually achieved it. ਤੇ ਜਦੋਂ ਤੁਹਾਡਾ ਨਾਮ ਅਨਾਉਂਸ ਹੋਇਆ ਹੈ ਨਾ ਮਿਸ ਪੰਜਾਬ 2026 ਦੇ ਲਈ, ਉਹ ਮੂਮੈਂਟ ਕਿਸ ਤਰੀਕੇ ਦਾ ਸੀ? It was crazy. Like ਪਹਿਲਾਂ ਮੇਰਾ ਉਸ ਦਿਨ ਕੰਟੈਸਟੈਂਟ ਨੰਬਰ 1 ਸੀ, ਤੇ ਓਪਨਿੰਗ ਵਾਕ ਹੁੰਦੀ ਹੈ ਕੰਟੈਸਟੈਂਟ ਨੰਬਰ 1 ਦੀ, 45 ਗਰਲਸ ਵਰ ਦੇयर, ਮੈਂ ਫਰੰਟ ਫੇਸ ਸੀਗੀ, ਤੇ ਫਿਰ ਸਾਡੇ 4 ਰਾਊਂਡ ਸੀਗੇ ਜਿਸ 'ਚ ਅਸੀਂ ਆਊਟਫਿਟਸ ਚੇਂਜ ਕਰਨੇ ਸੀਗੇ. ਉਹ 4 ਰਾਊਂਡਸ ਦੇ ਦੌਰਾਨ ਹੈ ਨਾ ਵਾਕ ਕੀਤੀ, ਹਰ ਇੱਕ 'ਚ ਮੈਂ ਕੰਟੈਸਟੈਂਟ ਨੰਬਰ 1 ਸੀ. ਜਦੋਂ ਟੌਪ 20 ਅਨਾਊਂਸ ਹੋਇਆ, ਦ ਫਰਸਟ ਵਨ ਟੂ ਬੀ ਅਨਾਊਂਸ ਦੈਟ ਡੇ ਵਾਜ਼ ਕੰਟੈਸਟੈਂਟ ਨੰਬਰ 1. ਜਦੋਂ ਉਸ ਤੋਂ ਬਾਅਦ ਟੌਪ 12 ਅਨਾਊਂਸ ਹੋਇਆ, ਦ ਫਰਸਟ ਵਨ ਟੂ ਬੀ ਅਨਾਊਂਸ ਦੈਟ ਡੇ ਵਾਜ਼ ਕੰਟੈਸਟੈਂਟ ਨੰਬਰ 1. ਜਦੋਂ ਟੌਪ 6 ਅਨਾਊਂਸ ਹੋਇਆ, ਅਗੇਨ ਦ ਫਰਸਟ ਵਨ ਟੂ ਬੀ ਅਨਾਊਂਸ ਦੈਟ ਡੇ ਵਾਜ਼ ਕੰਟੈਸਟੈਂਟ ਨੰਬਰ 1. ਤੇ ਜਦੋਂ ਟੌਪ 6 ਅਨਾਊਂਸ ਹੋਇਆ, ਉਦੋਂ ਮੇਰੀ ਹਾਰਟ ਬੀਟ ਵਾਜ਼ ਲਾਈਕ ਵਾਟ ਇਜ਼ ਹੈਪਨਿੰਗ, ਕਿਉਂਕਿ ਤੁਸੀਂ ਸਟੇਜ 'ਤੇ ਯੂ ਆਰ ਇਨ ਅ ਸਰਟਨ ਵੇ, ਵੈਨ ਯੂ ਆਰ ਇਨ ਅ ਪੈਜੈਂਟ ਤੁਸੀਂ ਉਹਨੇ ਐਕਸਪ੍ਰੈਸ਼ਨਸ ਨਹੀਂ ਸ਼ੋ ਕਰ ਸਕਦੇ ਹੈ ਨਾ, ਯੋਰ ਬੋਡੀ ਲੈਂਗੁਏਜ ਹੈਜ਼ ਟੂ ਬੀ ਇਨ ਅ ਸਰਟਨ ਵੇ. But I think my eyes are very expressive. People could see tears in my eyes. I was looking upper and remembering God, and every time contestant number 1. ਤੇ ਮੇਰਾ ਫਾਈਨਲ ਆਨਸਰ ਜਦੋਂ ਮੈਂ ਦਿੱਤਾ ਟੌਪ 6 ਦੇ ਜਦੋਂ ਕੁਐਸਚਨ ਆਨਸਰਸ ਹੋਏ, ਮੈਂ ਬੈਕ ਸਟੇਜ ਜਾਣੀ ਹੈ ਨਾ, ਆਪਾਂ ਆਨਸਰ ਦੇ ਕੇ ਜਦੋਂ ਬੈਕ ਸਟੇਜ ਜਾਣੇ ਹੁੰਦੇ, all the 3 crowns were there. The winning crown, the first runner up and the second runner up, beautifully decked up in a tray, ਤੇ rose petals ਪਈਆਂ, very beautiful. ਤੇ ਜਦੋਂ ਮੈਂ ਬੈਕ ਸਟੇਜ ਆਈ, ਉਹ ਆਨਸਰ ਦੇ ਕੇ the first crown I could see was this one. ਮੇਰੀ ਨਜ਼ਰ ਹੀ ਨਹੀਂ ਗਈ ਕਿਤੇ ਹੋਰ, and I speak this with my heart. ਮੈਨੂੰ ਦਿਖਿਆ ਹੀ ਨਹੀਂ ਕੁਝ ਹੋਰ, and I had tears in my eyes, like I was crying. ਆਨਸਰ ਦੇਣ ਤੋਂ ਬਾਅਦ ਮੈਨੂੰ ਬੋਲਦੇ ਹੋਏ ਕੁਝ ਨਹੀਂ ਹੁੰਦਾ. when I came backstage, ਮੈਨੂੰ ਪਤਾ ਨਹੀਂ ਕਿਉਂ ਫੀਲਿੰਗ ਆ ਰਹੀ ਸੀ ਕਿ you're getting this, but at the same time I was so nervous and my voice was cracking. you're really closer. ਜਦੋਂ ਕਹਿੰਦੇ ਨੇ ਵੀ ਤੁਹਾਡੇ ਮਨ 'ਚੋਂ ਡਾਊਟ ਖਤਮ ਹੋ ਜਾਂਦਾ, it's like universe has blessed you, universe has listened to you, ਵੀ ਬਸ ਹੁਣ ਮਿਲ ਗਿਆ. ਤੇ ਮੈਂ ਲਾਸਟ ਮੋਮੈਂਟ ਤੱਕ ਬਸ ਉਹੀ ਕਰਾਊਨ ਮੈਨੂੰ ਦਿਖ ਰਿਹਾ ਸੀ. I closed my eyes, I remembered God, and then when finally we top 6 again went to the stage and Randeep sir was announcing all the names. He announced the second runner up, the first runner up. ਮੈਂ ਸਰ ਬਾਰੇ ਮੈਂ ਦੇਖਿਆ ਨਹੀਂ ਨਾ, ਕਿਤੇ ਵੀ ਨਹੀਂ ਦੇਖਿਆ. I was just looking like this, remembering God. ਤੇ ਮੇਰਾ ਹਲਕਾ ਜਿਹਾ ਆਈ ਕੰਟੈਕਟ ਹੋਇਆ ਸੀ ਰਣਦੀਪ ਸਰ ਨਾਲ, and he said ਕਿ the girl I truly deserve, I truly believe that deserves to win the crown is. ਤੇ ਸਾਡਾ ਉਦੋਂ ਹਲਕਾ ਜਿਹਾ ਆਈ ਕੰਟੈਕਟ, I was like you're done. ਮਿਲ ਗਿਆ. So I remember that very fondly. It was a huge night for me. ਹੁਣ ਵੀ ਤੁਸੀਂ ਗੱਲ ਕਰਦੇ ਭਾਵੁਕ ਹੁੰਦੇ ਪਏ ਉਸ ਚੀਜ਼ਾਂ ਨੂੰ, ਲੰਮਿਆਂ ਨੂੰ ਯਾਦ ਕਰਦੇ ਹੋਏ ਜੀ. ਮੈਂਟਲ ਸਟ੍ਰੈਸ ਕਿੰਨੀ ਕੁ ਹੁੰਦੀ ਹੈਗੀ ਆ ਤੇ ਉਸ ਨਾਲ ਕਿੱਦਾਂ ਕੋਪ ਅਪ ਕੀਤਾ ਜਾਂਦਾ ਹੈਗਾ? ਬੜਾ ਅਹਿਮ ਹੋ ਜਾਂਦੀ ਉਹ ਚੀਜ਼. ਜੀ ਬਿਲਕੁਲ ਸਰ. ਮੈਂਟਲ ਸਟ੍ਰੈਸ ਦੇਖੋ ਹਰੇਕ ਨੂੰ ਹੀ ਹੈ. ਜੇ ਆਪਾਂ ਅੱਜ ਕੱਲ੍ਹ ਦੀ ਗੱਲ ਕਰੀਏ ਹੈ ਨਾ, ਕਿਸੇ ਨੂੰ ਕਿਸੇ ਚੀਜ਼ ਦਾ ਸਟ੍ਰੈਸ ਹੈ, ਕਿਸੇ ਨੂੰ ਕਰੀਅਰ ਦਾ ਹੈ, ਕਿਸੇ ਦੀ ਫੈਮਿਲੀ 'ਚ ਕੁਛ ਇਸ਼ੂਜ਼ ਨੇ, ਕਿਸੇ ਦਾ ਫਾਈਨੈਂਸ਼ੀਅਲ ਸਟ੍ਰੈਸ ਹੈ, ਕੁਛ ਵੀ ਹੈ. ਤੇ ਜਦੋਂ ਆਪਾਂ ਕਿਸੇ ਪੈਜੈਂਟ ਦੀ ਗੱਲ ਕਰੀਏ ਜਾਂ ਮਾਡਲਿੰਗ ਦੀ ਗੱਲ ਕਰੀਏ, ਵੈਨ ਯੂ ਆਰ ਇਨ ਅ ਜਰਨੀ, ਤੁਸੀਂ ਆਪਣੀ ਬੋਡੀ 'ਤੇ ਵੀ ਵਰਕ ਕਰਨਾ ਹੈ, ਆਪਣੀ ਸਪੀਕਿੰਗ 'ਤੇ ਵੀ ਕਰਨਾ ਹੈ, ਆਪਣੀ ਅਪੀਅਰੈਂਸ 'ਤੇ ਵੀ ਕਰਨਾ ਹੈ. ਮੋਰਓਵਰ ਯੂ ਹੈਵ ਆਲ ਦੀਜ਼ ਸਟ੍ਰੈਸਿਸ ਗੋਇੰਗ ਬਿਹਾਈਂਡ ਯਰ ਬੈਕ, ਤੇ ਉਹ ਸਭ ਵੀ ਚੱਲ ਰਿਹਾ, ਐਂਡ ਟੂ ਹੈਂਡਲ ਆਲ ਆਫ ਦੈਟ ਟੁਗੇਦਰ ਇਜ਼ ਨਾਟ ਐਨ ਈਜ਼ੀ ਥਿੰਗ. ਪਰ ਅਗੇਨ ਉਹੀ ਹੈ, ਇਟ ਇਜ਼ ਵੈਰੀ ਡਿਫਿਕਲਟ, ਪਰ ਹਿੰਮਤ ਰੱਖਣੀ ਪੈਂਦੀ ਹੈ, ਕਰੇਜ ਡੀਅਰ ਹਾਰਟ. ਮਤਲਬ ਜੇ ਤੁਸੀਂ ਮਨ ਬਣਾ ਲਿਆ, ਯੂ ਹੈਵ ਟੂ ਗੋ ਫॉर ਇਟ. ਤੇ ਕੌਣ ਹੈ ਇੱਦਾਂ ਦਾ ਜਿਹਦੀ ਲਾਈਫ 'ਚ ਸਟ੍ਰੈਸ ਨਹੀਂ ਹੈ? ਐਵਰੀਵਨ ਇਜ਼ ਸਟ੍ਰੈਸਡ, ਐਵਰੀਵਨ ਇਜ਼ ਸਟ੍ਰੈਸਡ. ਤੁਹਾਡਾ ਇਹ ਆਪਣੇ ਆਪ ਲਈ ਵੀ ਫਰਜ਼ ਹੈ ਤੇ ਦੂਜਿਆਂ ਲਈ ਵੀ, ਕਿ ਜਦੋਂ
ਤੁਹਾਨੂੰ ਦਿਖ ਰਿਹਾ ਵੀ ਇੰਨੀ ਪ੍ਰੋਬਲਮਸ ਹੈਗੀਆਂ ਸੋਸਾਇਟੀ 'ਚ ਤੇ ਤੁਹਾਨੂੰ ਵੀ ਹੈਗੀ ਹੈ, ਯੂ ਪਹਿਲਾਂ ਤੁਸੀਂ ਆਪਣੇ ਆਪ ਨੂੰ ਠੀਕ ਕਰੋ ਤੇ ਠੀਕ ਕਰਕੇ ਯੂ ਬਿਕਮ ਅ ਫੇਸ, ਯੂ ਟੇਕ ਔਨ ਅ ਪਲੈਟਫਾਰਮ ਤੇ ਤੁਸੀਂ ਬਾਕੀ ਸਾਰਿਆਂ ਦੀ ਵੀ ਹੈਲਪ ਕਰੋ ਕਿਸੇ ਤਰੀਕੇ ਨਾਲ, ਸੋ ਇਟ ਬਿਕਮਸ ਯੋਰ ਰਿਸਪੌਂਸਿਬਿਲਿਟੀ। ਤੇ ਕਿਹਾ ਜਾਂਦਾ ਕਿ ਬਿਊਟੀ ਵਿਦ ਬ੍ਰੇਨ ਹੈ ਨਾ, ਹਾਂਜੀ। ਇਹਦੇ ਵਿੱਚ ਖੂਬਸੂਰਤੀ ਤਾਂ ਜ਼ਰੂਰੀ ਹੁੰਦੀ ਹੈ, ਜੀਕੇ ਵੀ ਕਾਫੀ ਜ਼ਰੂਰੀ ਹੁੰਦੀ ਹੈ, ਤੇ ਇਸ ਦੇ ਲਈ ਤੁਸੀਂ ਕਿੰਨਾ ਕੁ ਮਿਹਨਤ ਕੀਤੀ ਹੈ? मैं एज सच कुछ स्टडी नहीं किया फॉर द पैजेंट स्पेसिफिकली बिकॉज आई हैव अ गुड बैकग्राउंड इन एजुकेशन एज वेल। आई हैव अ डिग्री इन ऑनर्स इन पब्लिक एडमिनिस्ट्रेशन, डिप्लोमा इन मास मीडिया एंड वीडियोग्राफी, a certificate course in office management. I've always been a topper in my academic life as well. So for this pageant specifically, I didn't study like that much. पर ਆਪਾਂ ਜਦੋਂ ਗੱਲ ਕਰੀਏ ਬਿਊਟੀ ਵਿਦ ਬ੍ਰੇਨਸ ਦੀ, ਯੈਸ ਆਫ ਕੋਰਸ ਇਟ ਮੈਟਰਸ ਅ ਲੋਟ। ਵੀ ਆਪਾਂ ਕਹਿੰਦੇ ਨਾ ਬਿਊਟੀ ਪੈਜੈਂਟਸ ਹੈ, ਯੈਸ ਬਿਊਟੀ ਮੈਟਰਸ, ਆਪਾਂ ਕਹਿੰਦੇ ਲੁਕਸ ਡੋਂਟ ਮੈਟਰ, ਨਹੀਂ ਦੇ ਮੈਟਰ, ਬਿਕਾਜ਼ ਬਿਊਟੀ ਪੈਜੈਂਟ ਦ ਫਰੇਜ਼ ਇਟਸੈਲਫ ਸੇਜ਼ ਬਿਊਟੀ ਫॉर ਅ ਰੀਜ਼ਨ, ਕਿਉਂਕਿ ਇਟਸ ਬਿਊਟੀ ਪੈਜੈਂਟ। ਤੇ ਜਦੋਂ ਤੁਸੀਂ ਮੋਡਲਿੰਗ ਕਰ ਰਹੇ ਹੋ, ਯੂ ਆਰ ਆਲਰੇਡੀ ਕਮਿੰਗ ਇਨ ਅ ਜੈਨੇਟਿਕਲੀ ਬਲੈਸਡ ਲੋਟ, ਵੀ ਤੁਸੀਂ ਸੋਹਣੇ ਹੋ ਤਾਂ ਹੀ ਤੁਸੀਂ ਮੋਡਲਿੰਗ ਕਰ ਰਹੇ ਹੋ। ਬਟ ਅਗੈਨ ਬਿਊਟੀ ਵਿਲ ਓਪਨ ਦ ਡੋਰ ਫॉर ਯੂ, ਬਟ do you stay in the room for long or not, it depends on your intelligence। ਅੱਛਾ, ਇੱਕ ਤਾਂ ਤੁਸੀਂ ਕਹਿ ਸਕਦੇ ਤੁਹਾਡੀ ਦਿੱਖ ਜਿਹੜੀ ਹੁੰਦੀ ਉਹ ਸੁੰਦਰ ਹੁੰਦੀ ਹੈਗੀ ਆ ਜੀ, ਠੀਕ ਆ, ਲੇਕਿਨ ਜ਼ਹਿਨੀ ਤੌਰ ਦੇ ਉੱਤੇ ਜਿਹੜੇ ਤੁਹਾਡੇ ਖਿਆਲਾਤ ਹੁੰਦੇ ਆ, ਜਦੋਂ ਤੁਸੀਂ ਉੱਤੇ ਦੱਸਦੇ ਹੈਗੇ ਆ, ਉਹ ਸੁਸਾਇਟੀ ਨੂੰ ਸਹੀ ਦਿਸ਼ਾ ਵੱਲ ਲੈ ਕੇ ਜਾਣ ਦੀ ਗੱਲ ਕੀਤੀ ਜਾਂਦੀ ਹੈਗੀ ਆ, ਲੇਕਿਨ ਜ਼ਿਆਦਾਤਰ ਜਿਹੜੇ ਜਿੱਤਣ ਤੋਂ ਬਾਅਦ ਨਾ ਗਲੈਮਰ ਵੱਲ ਜ਼ਿਆਦਾ ਚੱਲ ਜਾਂਦੇ ਨੇ। ਤੁਸੀਂ ਸੁਸਾਇਟੀ ਨੂੰ ਕੀ ਤੁਸੀਂ ਉਹਦੇ ਵਿੱਚ ਸੇਧ ਦੇਣਾ ਚਾਹੋਗੇ, ਉਸ ਚੀਜ਼ ਨੂੰ ਲੈ ਕੇ ਤੁਸੀਂ ਕੰਮ ਕਰੋਗੇ ਕੁਝ? ਜੀ ਬਿਲਕੁਲ ਸਰ, ਜਦੋਂ ਆਪਾਂ ਜਿੱਤ ਜਾਂਦੇ ਹਾਂ, ਮੈਂ ਪਹਿਲਾਂ ਵੀ ਕਿਹਾ, ਮੈਂ ਫਿਰ ਦੁਹਰਾਉਂਗੀ, ਕਰਾਊਨ ਡੈਸਟੀਨੇਸ਼ਨ ਨਹੀਂ ਹੈ, ਇਟ ਇਜ਼ ਦ ਬਿਗਨਿੰਗ ਆਫ ਯੋਰ ਜਰਨੀ ਐਂਡ ਇਟ ਬਿਕਮਸ ਅ ਹਿਊਜ ਰਿਸਪੌਂਸਿਬਿਲਿਟੀ। ਵੀ ਤੁਸੀਂ ਜਦੋਂ ਤੁਹਾਨੂੰ ਉਹ ਕਰਾਊਨ ਮਿਲ ਗਿਆ, ਤੁਸੀਂ ਉਸ ਰਿਸਪੌਂਸਿਬਿਲਿਟੀ ਦੀ ਕਦਰ ਕਰੋ, ਕਿਉਂਕਿ ਜਦੋਂ ਉਹ ਕਰਾਊਨ ਤੁਹਾਨੂੰ ਦਿੱਤਾ ਜਾਂਦਾ ਹੈ, ਬਹੁਤ ਕੁਝ ਸੋਚ ਸਮਝ ਕੇ ਦਿੱਤਾ ਜਾਂਦਾ ਹੈ, ਵੀ ਸਾਨੂੰ ਇਸ ਪਰਸਨ 'ਚ ਕੁਝ ਦਿਖਾਈ ਦੇ ਰਿਹਾ ਹੈ, ਤੇ ਤੁਸੀਂ ਉਹ ਸਭ pull ke if you know indulge yourself in glamour, and of course I'm sitting here because I'm into glamour industry, but again ਜਿਹੜੇ ਤੁਹਾਡੇ ਪ੍ਰਿੰਸੀਪਲਸ ਨੇ, ਜਿਹੜੇ ਤੁਹਾਡੇ ਲਾਈਫ ਦਾ ਲਕਸ਼ ਹੈ, ਜੇ ਤੁਸੀਂ ਉਸ ਤੋਂ ਡਾਇਵਰਟ ਹੋ ਜਾਓ, ਫਿਰ ਤੁਸੀਂ, ਮੈਨੂੰ ਨਹੀਂ ਲੱਗਦਾ ਜ਼ਿਆਦਾ ਲੰਬੀ ਰੇਸ ਦੇ ਘੋੜੇ ਬਣ ਸਕਦੇ ਹੋ ਫਿਰ ਤੁਸੀਂ, ਬਿਕਾਜ਼ ਦੈਨ ਯੂ ਲੂਜ਼ ਇਨ ਦ ਰੇਸ। ਕਿਉਂਕਿ ਆਪਾਂ ਜਦੋਂ ਨਾਲ ਲੈ ਕੇ ਚੱਲਦੇ ਹਾਂ ਲੋਕਾਂ ਨੂੰ, ਦ ਜਰਨੀ ਇਜ਼ ਈਜ਼ੀ, ਇਟਸ ਬਿਊਟੀਫੁਲ ਐਂਡ ਇਟਸ ਲੌਂਗ ਆਲ ਐਟ ਦ ਸੇਮ ਟਾਈਮ। ਤੇ ਹੁਣ ਤੁਸੀਂ ਮਿਸ ਪੰਜਾਬ 2026 ਦਾ ਖਿਤਾਬ ਹਾਸਲ ਕੀਤਾ, ਮਿਸਾਲ ਹੋ ਤੁਸੀਂ ਕੁੜੀਆਂ ਦੇ ਲਈ, ਖਾਸ ਕਰ ਪੰਜਾਬ ਦੀਆਂ ਕੁੜੀਆਂ ਦੇ ਲਈ। ਅਗਰ ਜੋ ਹੋਰ ਵੀ ਕੁੜੀਆਂ ਨੇ, ਨੌਜਵਾਨ ਕੁੜੀਆਂ, ਉਹ ਇਹਦੇ ਵਿੱਚ ਜਾਣਾ ਚਾਹੁੰਦੀਆਂ, ਤਾਂ ਕਿਸ ਤਰੀਕੇ ਦੇ ਨਾਲ ਅਪਲਾਈ ਕੀਤਾ ਜਾ ਸਕਦਾ ਹੈ? ਦੇਖੋ ਮੈਮ, ਐਪਲੀਕੇਸ਼ਨ ਤਾਂ ਜੇ ਆਪਾਂ ਗਲਿਟਸ ਦੀ ਗੱਲ ਕਰੀਏ, ਆਈ ਥਿੰਕ ਦੀ ਐਪਲੀਕੇਸ਼ਨਸ ਵਿਲ ਓਪਨ ਵੈਰੀ ਸੂਨ। ਗਲਿਟਸ ਮਿਸ ਟੀਨ ਦਾ ਵੀ ਪੈਜੈਂਟ ਹੁਣ ਆ ਰਿਹਾ ਹੈ, ਗਲਿਟਸ ਮਿਸ ਇੰਡੀਆ ਦਾ ਵੀ ਆ ਰਿਹਾ ਹੈ। ਐਪਲੀਕੇਸ਼ਨਸ ਆਰ ਔਨਲਾਈਨ ਓਨਲੀ। ਤੇ ਬਾਕੀ ਜੇ ਆਪਾਂ ਗੱਲ ਕਰੀਏ ਗਰੂਮਿੰਗ ਦੀ, ਵੀ ਕਿਸੇ ਵੀ ਪੈਜੈਂਟ 'ਚ ਜਾਣ ਲਈ ਤੁਹਾਨੂੰ ਕੀ ਕਰਨਾ ਚਾਹੀਦਾ, ਵਰਕ ਔਨ ਯੋਰ ਕੌਨਫੀਡੈਂਸ। ਗਰਲਸ, ਤੁਸੀਂ ਚਾਹੇ ਪੈਜੈਂਟ 'ਚ ਨਹੀਂ ਵੀ ਜਾਣਾ, work on your confidence। if you are in a room full of 100 people, ਤੁਹਾਨੂੰ ਆਪਣੀ ਗੱਲ ਕਹਿਣੀ ਆਣੀ ਚਾਹੀਦੀ ਹੈ, ਤੇ ਉਹ ਤੁਸੀਂ ਇਸ ਤਰੀਕੇ ਨਾਲ ਕਹੋ ਵੀ ਜਦ ਤੁਸੀਂ ਕਹਿ ਰਹੇ ਹੋ, ਉਹ 99 ਲੋਕ ਤੁਹਾਨੂੰ ਸੁਣ ਰਹੇ ਨੇ, ਤੇ ਉਹਨਾਂ ਨੂੰ ਤੁਹਾਡੀ ਗੱਲ ਸਮਝ ਵੀ ਆ ਰਹੀ ਹੈ, ਤੇ ਜਦੋਂ ਰੂਮ 'ਚੋਂ ਬਾਹਰ ਨਿਕਲਣ, ਤੁਹਾਡੀ ਗੱਲ ਦਾ ਇੰਪੈਕਟ ਵੀ ਰਹੇ ਉਹਨਾਂ 'ਤੇ। ਸੋ ਇਹ ਬਹੁਤ ਮੈਟਰ ਕਰਦਾ ਹੈ, ਚਾਹੇ ਤੁਸੀਂ ਪੈਜੈਂਟਸ ਪਾਰਟਿਸਿਪੇਟ ਕਰ ਰਹੇ ਹੋ, ਚਾਹੇ ਨਹੀਂ ਕਰ ਰਹੇ ਹੋ, ਯੋਰ ਗਰੂਮਿੰਗ ਇਜ਼ ਵੈਰੀ ਇੰਪੋਰਟੈਂਟ। ਦੇਖੋ, ਤੁਸੀਂ ਮੈਨੂੰ ਇੱਕ ਗੱਲ ਦੱਸੋ, ਜਦੋਂ ਜਿੱਤਿਆ ਨਹੀਂ ਸੀ ਪੈਜੈਂਟ ਤੁਸੀਂ, ਉਦੋਂ ਪਰਿਵਾਰ ਦਾ ਕੀ ਰੁਖ ਸੀਗਾ, ਤੇ ਜਿੱਤਣ ਤੋਂ ਬਾਅਦ ਸਭ ਤੋਂ ਕਿਹੜਾ ਉਹ ਲਮਹਾ ਹੈਗਾ ਜਿਹੜਾ ਤੁਸੀਂ ਯਾਦ ਕਰਦੇ ਆ ਤੇ ਤੁਸੀਂ ਭਾਵੁਕ ਹੋ ਜਾਂਦੇ ਆ, ਤੇ ਪਰਿਵਾਰ ਨੂੰ ਵੀ ਲੱਗਿਆ ਨਹੀਂ ਵੀ ਬਾ ਕਮਾਲ ਕਰਤਾ ਧੀ ਨੇ? ਜੀ, ਸੋ ਓਕੇ, ਹੁਣ ਤੁਸੀਂ ਪਰਸਨਲ ਕੁਐਸਚਨਸ ਪੁੱਛ ਰਹੇ ਹੋ, ਬਟ ਇਟਸ ਓਕੇ। ਸੋ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ, ਫੈਮਿਲੀ ਦਾ ਕੋਈ ਸਪੋਰਟ ਨਹੀਂ ਸੀਗਾ। ਜਦੋਂ ਮੈਂ ਪਟਿਆਲਾ ਟੂ ਚੰਡੀਗੜ੍ਹ ਅਪ ਡਾਊਨ ਵੀ ਕਰ ਰਹੀ ਸੀਗੀ, ਨੋ ਸਪੋਰਟ। ਤੇ ਮੈਂ ਦੁਬਾਰਾ ਕਹਿੰਦੀ ਹਾਂ, ਆਈ ਐਮ ਵੈਰੀ ਗ੍ਰੇਟਫੁਲ ਟੂ ਹੈਵ ਮਾਈ ਪੈਰੈਂਟਸ, ਆਈ ਲਵ ਯੂ ਮਮਾ ਪਾਪਾ। ਤੇ ਸਪੋਰਟ ਨਹੀਂ, ਉਲਟਾ ਆਰਗੂਮੈਂਟਸ ਹੁੰਦੀਆਂ ਸੀਗੀਆਂ। ਤੇ ਆਰਗੂਮੈਂਟਸ ਆਪਾਂ ਜਦੋਂ ਘਰ ਦੀ ਗੱਲ ਕਰਦੇ ਹਾਂ, ਮੈਂ ਇਹ ਮੇਰੇ ਮਮਾ ਪਾਪਾ ਦੀ ਪਰਮਿਸ਼ਨ ਦੇ ਨਾਲ ਹੀ ਇਸ ਪਲੈਟਫਾਰਮ 'ਤੇ ਕਹਿ ਰਹੀ ਹਾਂ, ਬਿਕਾਜ਼ ਜੇ ਮੇਰੇ ਨਾਲ ਹੋਇਆ, ਹੋਰਾਂ ਨਾਲ ਵੀ ਹੁੰਦਾ, ਐਂਡ ਇਟ ਐਕਚੁਅਲੀ ਇੰਪੈਕਟਸ ਮੈਂਟਲ ਹੈਲਥ ਔਨ ਅ ਹਿਊਜ ਲੈਵਲ, ਤੇ ਉਹ ਨਹੀਂ ਹੋਣਾ ਚਾਹੀਦਾ। ਸੋ ਸਪੋਰਟ ਨਹੀਂ ਹੈ, ਪਲੱਸ ਆਰਗੂਮੈਂਟਸ हैं, प्लस बिकॉज यू आर अ गर्ल
ਯੂ ਕਾਂਟ ਟਰੈਵਲ ਡੇਲੀ ਤੇ ਮੋਡਲਿੰਗ ਇਜ਼ ਨਾਟ ਅ ਗੁੱਡ ਇੰਡਸਟਰੀ, ਤੈਨੂੰ ਨਹੀਂ ਪਤਾ ਤੂੰ ਕੀ ਕਰਨਾ ਹੈ, ਤੂੰ ਪੜ੍ਹ ਲੈ ਇਹ ਕਰ, ਡਿਸਪਾਈਟ me being a topper ਤੂੰ ਹੁਣ ਅੱਗੇ ਕੀ ਕਰਨਾ, ਹੋਰ ਪੜ੍ਹ ਇਹ ਕਰ ਉਹ ਕਰ, ਹੈ ਨਾ, which again is understandable, but ਜਦੋਂ ਕਿਸੇ ਬੱਚੇ ਦਾ sensitive heart ਹੁੰਦਾ ਹੈ it hurts a lot and it takes a toll on their mental health. Moreover ਜਦੋਂ ਮੈਂ express ਕੀਤਾ ਵੀ you know my mental health is not fine, I am taking some serious medications, ਉਦੋਂ ਵੀ ਮਤਲਬ ਨਹੀਂ ਉਹ emotional support ਮੈਨੂੰ ਮਿਲਿਆ ਹੈਗਾ ਕਿ okay let's sit and talk. That was missing, so that was an integral part of my journey. ਵੀ ਕੋਈ ਵੀ ਨਹੀਂ ਹੈ ਤੇ ਮੇਰੇ ਨਾਲ ਡੇਲੀ ਹੁੰਦਾ ਸੀਗਾ ਵੀ ਰਾਤੀ ਸੌਣ ਤੋਂ ਪਹਿਲਾਂ ਕੋਈ ਵੀ ਨਹੀਂ ਹੈ, ਮੈਨੂੰ ਐਕਚੁਅਲੀ ਲੱਗਦਾ ਸੀ the ceiling over my head will blast because ਉਸ ਤਰੀਕੇ ਦੀ ਚੀਜ਼ਾਂ ਹੁੰਦੀਆਂ ਸੀ, ਉਸ ਤਰੀਕੇ ਦਾ ਮਾਹੌਲ ਹੁੰਦਾ ਸੀ ਤੇ ਨੈਕਸਟ ਮਾਰਨਿੰਗ ਫਿਰ ਦੁਬਾਰੇ ਉੱਠਣਾ, ਟੀਅਰਸ ਸਾਫ਼ ਕਰਕੇ, ਸਮਾਈਲ ਕਰਕੇ, ਅਗੇਨ ਯੂ ਵੇਅਰ ਯੋਰ ਜਿਮ ਕਲੋਥਸ ਐਂਡ ਸਮੈਸ਼ ਅਗੇਨ ਹਾਰਡਕੋਰ ਟ੍ਰੇਨਿੰਗ. ਇਟਸ ਨਾਟ ਈਜ਼ੀ but again keep going because ਜੇ ਮੈਂ ਇੱਥੇ ਬੈਠੀ you never know you will be the next one. ਜਿੱਤਣ ਤੋਂ ਬਾਅਦ ਚੀਜ਼ਾਂ ਬਦਲੀਆਂ ਨੇ, ਮਤਲਬ ਫਰਕ ਪਿਆ ਹੈ ਹੁਣ ਲੈਜ਼ਰ ਦੇ ਵਿੱਚ ਵੀ ਫਰਕ ਪੈ ਗਿਆ ਹੋਏਗਾ. ਹੁਣ ਕਈ ਚੀਜ਼ਾਂ ਅਜਿਹੀਆਂ ਹੈਗੀਆਂ ਜਿਹੜੀਆਂ ਉਸ ਵਕਤ ਕਿਹਾ ਜਾਂਦਾ ਸੀ ਕਿ ਵੀ ਨਾ ਕਰੋ, ਹੁਣ ਆਪ ਉਹ ਪੁਸ਼ ਕਰਦੇ ਹੋਣਗੇ. ਜੀ ਬਿਲਕੁਲ ਸਰ, ਬਿਕਾਜ਼ ਤੁਸੀਂ ਇੱਕ ਵਾਰ ਕਰਕੇ ਦਿਖਾ ਦਿਓ, ਕਿਉਂਕਿ ਪੇਰੈਂਟਸ ਨੂੰ ਡਰ ਵੀ ਹੁੰਦਾ ਵੀ ਇਹਨੇ ਇਹ ਚੀਜ਼ ਕਰਨੀ ਤਾਂ ਹੈਗੀ ਹੈ ਬਟ ਕਿਉਂਕਿ ਉਹਨਾਂ ਦੀ ਇਹ ਫੀਲਡ ਨਹੀਂ ਹੈਗੀ ਤੇ ਉਹਨਾਂ ਨੂੰ ਪਤਾ ਨਹੀਂ ਹੈ ਵੀ ਇਹਦੇ ਕੋਲ ਗਾਈਡੈਂਸ ਸਹੀ ਹੈਗੀ ਹੈ ਕਿ ਨਹੀਂ ਹੈ, ਮੋਰਓਵਰ ਸੇਫਟੀ ਹੈ ਕਿ ਨਹੀਂ ਹੈ. ਪਰ ਜੇ ਅਗੇਨ ਫॉर ਗਰਲਸ ਜੇ ਤੁਹਾਨੂੰ ਪਤਾ ਹੈ ਵੀ ਤੁਸੀਂ ਕਰਨਾ ਹੈ ਐਂਡ ਯੋਰ ਮੋਰਲਸ ਯੋਰ ਪ੍ਰਿੰਸੀਪਲਸ ਆਰ ਇੰਟੈਕਟ, ਗੋ ਫॉर ਇਟ. ਬਾਅਦ 'ਚ ਸਾਰੇ ਖੁਸ਼ ਹੋ ਜਾਂਦੇ ਨੇ. ਬਟ ਅਗੇਨ ਮੇਰਾ ਸਾਰੇ ਪੈਰੈਂਟਸ ਨੂੰ ਵੀ ਇਹ ਮੈਸੇਜ ਹੈ ਵੀ ਬੱਚੇ ਕੋਲ ਤੁਹਾਡੀ ਸਪੋਰਟ ਪਹਿਲਾਂ ਤੋਂ ਹੀ ਹੋਣੀ ਚਾਹੀਦੀ ਹੈ, ਉਹਨੂੰ ਇਹ ਪ੍ਰੂਵ ਕਰਕੇ ਨਹੀਂ ਦਿਖਾਉਣਾ ਚਾਹੀਦਾ ਵੀ ਮੈਂ ਇਹ ਚੀਜ਼ ਕਰ ਲਈ ਐਂਡ ਹੁਣ ਤੁਸੀਂ ਮੈਨੂੰ ਸਪੋਰਟ ਕਰੋ, ਬਿਕਾਜ਼ ਦੈਟ ਸ਼ੁੱਡ ਬੀ ਦ ਬੌਂਡ ਬਿਟਵੀਨ ਪੈਰੈਂਟਸ ਐਂਡ ਚਿਲਡਰਨ. ਤੇ ਜਿਹੜੀ ਇਸ ਦੇ ਆਯੋਜਕ ਰਹੇ ਨੇ, ਤੁਸੀਂ ਜ਼ਿਕਰ ਵੀ ਕੀਤਾ ਰਣਦੀਪ ਸਿੰਘ ਹੋਣਾ ਦਾ, ਹਾਂਜੀ, ਉਹਨਾਂ ਦਾ ਤੇ ਉਹਨਾਂ ਦੀ ਟੀਮ ਦਾ ਕਿਸ ਤਰੀਕੇ ਦਾ ਸਹਿਯੋਗ ਰਿਹਾ? ਜੀ ਮੈਮ, ਸੋ ਮਿਸਟਰ ਰਣਦੀਪ ਚੌਧਰੀ ਹੈਜ਼ ਬੀਨ ਵੈਰੀ ਸਪੋਰਟਿਵ ਥਰੂ ਆਊਟ ਤੇ ਸਾਡੇ ਗਰੂਮਿੰਗ ਸੈਸ਼ਨਸ ਕਰਵਾਏ ਉਹਨਾਂ ਨੇ, ਜਿਸ ਵਿੱਚ ਫੈਮਿਨਾ ਮਿਸ ਇੰਡੀਆ ਗੋਆ ਮਿਸ ਆਸ਼ਨਾ ਗੁਰਾਵ ਵਾਜ਼ ਅਵਰ ਗਰੂਮਿੰਗ ਪਾਰਟਨਰ. ਤੇ ਆਪਾਂ ਕਹਿੰਦੇ ਨਾ ਵੀ ਡਾਇਮੰਡਸ ਨੂੰ ਯੂ ਨੋ what do you say? ਜੀ ਬਿਲਕੁਲ. So that happened, not for me, for every contestant out there. The same process every contestant went through and it was not easy. ਕਦੇ ਤੁਹਾਡੀ communications ਦੇ ਉੱਪਰ work ਕੀਤਾ ਜਾ ਰਿਹਾ ਹੈ, ਕਦੇ introduction ਕਿਵੇਂ ਦੇਣੀ ਹੈ ਉਹ ਸਿਖਾਇਆ ਜਾ ਰਿਹਾ ਹੈ, ਕਦੇ walk ਕਿਵੇਂ ਕਰਨੀ ਹੈ ਉਹ ਸਿਖਾਇਆ ਜਾ ਰਿਹਾ ਹੈ ਤੇ multiple assignments ਸਾਡੀਆਂ ਹੋਈਆਂ throughout the 6 months course. ਵॉक ਦੀ ਵੀਡੀਓ ਭੇਜੋ ਤੇ ਇਸ 'ਚ ਇਹ ਕਰੈਕਸ਼ਨ ਕਰਨੀ ਹੈ, ਹੈਂਡ ਮੂਵਮੈਂਟਸ ਠੀਕ ਕਰਨੇ ਹੈ, ਫੁੱਟ ਮੂਵਮੈਂਟਸ ਠੀਕ ਕਰਨੇ ਹੈ, ਹੀਲ ਇੰਨੇ ਇੰਚਸ ਦੀ ਪਾਣੀ ਹੈ, ਉਸ 'ਚ ਪ੍ਰੋਪਰ ਵॉक ਕਿਵੇਂ ਕਰਨੀ ਹੈ ਤੇ ਸਾਨੂੰ ਸਾਰੀ ਚੀਜ਼ਾਂ ਸਿਖਾਈਆਂ ਗਈਆਂ, ਵਿਚ ਆਈ ਐਮ ਵੈਰੀ ਗ੍ਰੇਟਫੁਲ ਟੂ ਦ ਟੀਮ ਮਿਸਟਰ ਰਣਦੀਪ ਚੌਧਰੀ. ਤੇ ਇਟ ਇਜ਼ ਅ ਲਾਈਫ ਲੌਂਗ ਮੈਮਰੀ, ਯਾਦ ਰਹੇਗਾ ਹਮੇਸ਼ਾ. ਤੇ ਜਿੱਦਾਂ ਰੈਂਪ ਵਾਕ ਹੈ ਉਹਦੇ 'ਚ ਹਾਈ ਹੀਲਸ ਕਾਫੀ ਜੀ ਪਾਉਣੀ ਪੈਂਦੀ ਹੈ, ਹਾਂਜੀ, ਕਿ ਉਹਦੇ 'ਚ ਮੁਸ਼ਕਲਾਂ ਆਈਆਂ ਕਿਸ ਤਰੀਕੇ ਦੇ ਨਾਲ? ਬਿਲਕੁਲ, ਮੈਨੂੰ ਤਾਂ ਹੋਰ ਹਾਈ ਪਾਉਣੀ ਪੈਂਦੀ ਹੈ ਬਿਕਾਜ਼ ਮਾਈ ਹਾਈਟ ਇਜ਼ 5'3" and a half something. So yes, it's not easy to walk in high heels. It is very difficult and my huge respect to all the models out there. ਆਪਾਂ ਦੇਖ ਲੈਂਦੇ ਹਾਂ, ਮੈਂ ਨਾ ਜਦੋਂ walk ਸਿੱਖੀ ਨਹੀਂ ਸੀਗੀ ਉਦੋਂ ਜਦ ਮੈਂ ਦੇਖਦੀ ਹੁੰਦੀ ਸੀ ਵੀ ਮੋਡਲਸ ਵਾਕ ਕਰ ਰਹੇ ਆ ਜਾਂ ਹੁਣ ਵੀ ਆਪਾਂ ਟੀਵੀ ਤੇ ਦੇਖ ਲੈਂਦੇ, ਇਟਸ ਵੈਰੀ ਈਜ਼ੀ. ਨਹੀਂ, ਇਟਸ ਨਾਟ ਈਜ਼ੀ ਅੰਟਿਲ ਔਰ ਅਨਲੈਸ ਯੂ ਹੈਵ ਦੀ ਐਕਸਪੀਰੀਅੰਸ, ਤੁਹਾਨੂੰ ਨਹੀਂ ਪਤਾ ਚੱਲਦਾ ਬਿਕਾਜ਼ ਵਾਕ ਇਜ਼ ਨਾਟ ਈਜ਼ੀ ਟੂ ਲਰਨ. ਸਟੇਜ ਦੇ ਉੱਪਰ ਉਹ ਹੀਲਸ ਪਾ ਕੇ ਚੱਲਣਾ, ਉਹ ਟਰਨਸ ਲੈਣੇ, ਉਹ ਐਕਸਪ੍ਰੈਸ਼ਨਸ ਦੇਣੇ, ਉਹ ਪੋਜ਼ਿਸ ਦੇਣੇ, ਇਟਸ ਨਾਟ ਈਜ਼ੀ ਐਂਡ ਮੋਡਲਸ ਨੂੰ ਐਕਚੁਅਲੀ ਸੀਰੀਅਸ ਇੰਜਰੀਜ਼ ਹੋ ਜਾਂਦੀਆਂ ਨੇ. ਸੋ ਇਟਸ ਅ ਰਿਸਕੀ ਟਾਸਕ. ਅੱਛਾ, ਹੁਣ ਪੰਜਾਬ ਤੋਂ ਬਾਅਦ ਨੈਸ਼ਨਲ ਲੈਵਲ ਫਿਰ ਇੰਟਰਨੈਸ਼ਨਲ ਲੈਵਲ ਤੇ ਪਹੁੰਚਣਾ ਸੀ, ਪੰਜਾਬ ਨੂੰ ਰਿਪਰੈਜ਼ੈਂਟ ਕਿੱਦਾਂ ਕਰੋਗੇ? ਕਿਹੜੀ ਖੂਬਸੂਰਤੀ ਦੀ ਗੱਲ ਬਿਆਨ ਕਰੋਗੇ ਕਿ ਹਾਂ ਮੈਂ ਪੰਜਾਬ ਤੋਂ ਹੈਗੀ ਹਾਂ? ਸਰ, ਪੰਜਾਬ ਇਨ ਇਟਸੈਲਫ ਦ ਲੈਂਡ ਆਫ 5 ਰਿਵਰਸ. ਜਦੋਂ ਮੈਂ ਪੰਜਾਬ ਹੀ ਕਹਿੰਦੀ ਹਾਂ, ਲਾਈਕ ਅਗੇਨ ਪੰਜਾਬ, ਦ ਨੇਮ ਇਟਸੈਲਫ is you know it comes with huge prestige. ਪੰਜਾਬ ਦੀ ਪ੍ਰੈਸਟੀਜ ਹੈ, ਪੰਜਾਬ ਦੀ ਰਿਸਪੈਕਟ ਹੈ ਆਲਰੇਡੀ. ਪੰਜਾਬ ਨੂੰ ਮੇਰੀ ਲੋੜ ਨਹੀਂ ਹੈ ਟੂ ਰਿਪਰੈਜ਼ੈਂਟ ਇਟ ਔਨ ਦ ਗਲੋਬਲ ਪਲੇਟਫਾਰਮ. ਮੈਨੂੰ ਪੰਜਾਬ ਦੀ ਲੋੜ ਹੈ. ਆਈ ਹੈਵ ਦ ਟਾਈਟਲ ਆਫ ਮਿਸ ਪੰਜਾਬ. ਸੋ ਪੰਜਾਬ ਦੀ ਜਿਹੜੀ ਵੈਲਿਊਜ਼ ਨੇ, ਜਿਹੜਾ ਸਾਡਾ ਕਲਚਰ ਹੈ, ਤੇ ਅਸੀਂ ਉਸ ਨੂੰ ਕਿੰਨੀ ਪ੍ਰਾਈਡ ਨਾਲ
ਅੱਜ ਤੱਕ ਸੰਭਾਲ ਕੇ ਰੱਖਿਆ ਹੋਇਆ ਹੈ, that is commendable and it deserves a huge shout out on a global level। ਤੇ ਮੇਰੀ roots ਚਾਹੇ ਅੱਜ ਹੈ ਚਾਹੇ ਕੱਲ ਹੈ ਚਾਹੇ ਮੈਂ ਕੱਲ ਜਿੱਥੇ ਮਰਜ਼ੀ ਪਹੁੰਚਵਾਂ, they will always stay intact। ਤਾਂ ਇਸ ਫੀਲਡ ਦੇ ਵਿੱਚ ਜਾਂ ਕਹਿ ਲਈਏ ਇਸ ਇੰਡਸਟਰੀ ਦੇ ਵਿੱਚ ਮੇਕਅਪ ਵੀ ਕਾਫੀ ਕਰਨਾ ਪੈਂਦਾ, ਤਾਂ ਉਹਦੇ ਲਈ ਸਕਿਨ ਕੇਅਰ ਕਾਫੀ ਜ਼ਰੂਰੀ ਹੁੰਦੀ ਹੈ, ਤਾਂ ਉਸ ਦੇ ਲਈ ਤੁਸੀਂ ਕੀ ਕਰਦੇ ਹੋ? Skin, ma'am, I'm a Punjabi, so again skincare is desi nuskhe only। Apply besan haldi, apply aloe vera gel, this and that। ਮੇਕਅਪ ਇਜ਼ ਨਾਟ ਈਜ਼ੀ। ਅਗੈਨ ਤੁਸੀਂ ਹੁਣ ਮੇਕਅਪ ਦੀ ਗੱਲ ਛੇੜ ਹੀ ਦਿੱਤੀ ਹੈ, ਪਰ ਕਹਿੰਦੇ ਨਾ ਵੀ ਅਗੈਨ ਮਾਡਲਿੰਗ ਇਜ਼ ਈਜ਼ੀ। ਤੁਹਾਨੂੰ 2-3 ਘੰਟੇ ਬੈਠਣਾ ਪੈਂਦਾ ਚੁੱਪਚਾਪ ਐਂਡ ਲੈਟ ਦ ਮੇਕਅਪ ਆਰਟਿਸਟ ਐਂਡ ਹੇਅਰ ਸਟਾਈਲਿਸਟ ਡੂ ਵਟ ਐਵਰ ਦੇ ਆਰ ਡੂਇੰਗ ਬਿਕਾਜ਼ ਦੇ ਨੋ ਦੇਅਰ ਜੌਬ। ਤੁਸੀਂ ਉਹਨਾਂ ਨੂੰ ਨਹੀਂ ਕਹਿ ਸਕਦੇ ਵੀ ਇੱਥੋਂ ਇੱਦਾਂ ਕਰੋ ਇੱਥੋਂ ਉੱਦਾਂ ਕਰੋ, ਬਿਕਾਜ਼ ਦੇ ਨੋ ਵਟ ਦੇ ਆਰ ਡੂਇੰਗ। ਸੋ ਯੂ ਹੈਵ ਟੂ ਸਿਟ। ਤੁਹਾਡੇ ਇੱਕ ਲੁੱਕ ਦੇ ਪਿੱਛੇ ਤੁਹਾਡੇ ਪਿੱਛੇ ਪੂਰੀ ਟੀਮ ਹੈ ਜਿਨ੍ਹਾਂ ਦੀ ਮਿਹਨਤ ਹੈ। So you have to appreciate your makeup artist। ਬਾਕੀ skin care is very important because ਜਦੋਂ ਇੰਨੇ products ਤੁਹਾਡੀ skin 'ਚ ਜਾ ਰਹੇ ਨੇ, they have some side effects as well। So skin care again it's a time consuming process। ਉਹ ਵੀ ਬਹੁਤ ਜ਼ਰੂਰੀ ਹੈ, ਤੁਸੀਂ ਉਹਨੂੰ proper remove ਕਰੋ, then apply moisturizer, cleanser, ਸਭ ਕੁਝ it's very important। ਪ੍ਰੋਟੀਨ ਡਾਈਟ ਦਾ ਕਿੰਨਾ ਕੁ ਇੰਪੋਰਟੈਂਸ ਹੈਗੀ ਸਾਰੀ ਚੀਜ਼ ਦੇ ਵਿੱਚ, ਕਿਉਂਕਿ ਬਹੁਤ ਲਿਮਿਟਿਡ ਪੋਰਸ਼ਨ ਹੀ ਖਾਣਾ ਹੁੰਦਾ ਹੈਗਾ, ਬੜੀਆਂ ਚੀਜ਼ਾਂ ਨੂੰ ਨਾ ਕਰਨੀ ਪੈਂਦੀ ਹੈਗੀ ਆ। ਚੀਟ ਡੇਜ਼ ਦੇ ਉੱਤੇ ਕੀ ਖਾਂਦੇ ਹੈਗੇ? ਮੇਰੇ 2 ਸਵਾਲ ਹੈਗੇ ਨੇ। ਪ੍ਰੋਟੀਨ ਜਦੋਂ ਸਰ ਪੈਜੈਂਟ ਸੀ ਮੈਂ ਤਾਂ ਚੀਟ ਡੇ ਕੀਤੀ ਨਹੀਂ, ਪਰ ਪੈਜੈਂਟ ਤੋਂ ਬਾਅਦ ਮੇਰੇ 5 ਦਿਨ ਤੱਕ ਚੀਟ ਡੇ ਹੀ ਚੱਲੇ ਨੇ। ਕੀ ਖਾਦਾ ਮਤਲਬ ਉਹਦੇ ਵਿੱਚ ਜਿਹੜੀ ਚੀਜ਼ ਛੱਡੀ? ਮੈਂ ਛੱਡਿਆ ਹੀ ਕੁਝ ਨਹੀਂ। ਸੋ ਐਵਰੀਥਿੰਗ ਬੀਟ ਪੀਜ਼ਾਜ਼ ਬਰਗਰਸ ਮੋਮੋਜ਼ ਐਵਰੀਥਿੰਗ। ਆਈ ਐਮ ਅ ਹਿਊਜ ਫੈਨ ਆਫ ਇੰਡੋ ਚਾਈਨੀਜ਼ ਫੂਡ। ਮੈਂ ਸਭ ਕੁਝ ਖਾਦਾ, ਬਟ ਯੈਸ ਜਦੋਂ ਤੁਹਾਡੀ ਡਾਈਟ ਹੈ ਯੂ ਹੈਵ ਟੂ ਬੀ ਵੈਰੀ ਫੋਕਸਡ ਵੀ ਹੁਣ ਇਹੀ ਹੈ ਜੋ ਖਾਣਾ ਹੈ, ਬਿਕਾਜ਼ ਇਟਸ ਨਾਟ ਜਸਟ ਵਾਟ ਯੂ ਆਰ ਕੰਜ਼ਿਊਮਿੰਗ। ਮਤਲਬ ਜਿਵੇਂ ਮੈਂ ਜਦੋਂ ਜਿਮ ਕਰਦੀ ਸੀ, ਇਟ ਵਾਜ਼ ਨਾਟ ਜਸਟ ਫॉर ਬੋਡੀ ਬਿਲਡਿੰਗ, ਆਈ ਹੈਡ ਮਲਟੀਪਲ ਗੋਲਸ ਬਿਯੋਂਡ ਦੈਟ, ਜਿਸ ਦਾ ਉਹ ਇੱਕ ਪਾਰਟ ਸੀਗਾ ਵੀ ਮੈਂ ਬੋਡੀ ਬਿਲਡਿੰਗ ਕਰ ਰਹੀ ਹਾਂ, ਮੈਂ ਆਪਣੀ ਬੋਡੀ ਟੋਨ ਕਰ ਰਹੀ ਹਾਂ। ਇਟ ਇਜ਼ ਅ ਪਾਰਟ ਆਫ ਮਾਡਲਿੰਗ, ਇਟ ਇਜ਼ ਅ ਪਾਰਟ ਆਫ ਪੈਜੈਂਟਰੀ, ਰਾਈਟ? ਸੋ ਤੁਹਾਡਾ ਫੋਕਸ ਉਸ ਤਰੀਕੇ ਦਾ ਹੋਣਾ ਚਾਹੀਦਾ ਹੈ ਵੀ ਨਹੀਂ ਹੱਥ ਵੀ ਨਹੀਂ ਲਾਣਾ ਹੈਗਾ, ਡਨ ਹੈ। ਬਾਕੀ ਪ੍ਰੋਟੀਨ ਰਿਕੁਆਇਰਮੈਂਟਸ ਇਜ਼ ਵੈਰੀ ਐਸੈਂਸ਼ੀਅਲ। ਅਤੇ ਇਸ 'ਚ ਮੈਂ ਕੋਈ ਪ੍ਰੋਟੀਨ ਪਾਊਡਰ ਵੀ ਨਹੀਂ ਲਿਆ ਕਰਦਾ, ਬਿਕਾਜ਼ ਦੇਸੀ ਖੁਰਾਕ ਜਿਹੜੀ ਹੈਗੀ ਹੈ ਦ ਵੇ ਇਟ ਵਿਲ ਵਰਕ ਫॉर ਯੂ ਇਨ ਯੋਰ ਬੋਡੀ, ਪ੍ਰੋਟੀਨ ਪਾਊਡਰਸ ਵੋਂਟ, ਜਿੰਨਾ ਮੇਰਾ ਐਕਸਪੀਰੀਅੰਸ ਹੈ। ਮੋਰਓਵਰ ਯੂ ਨੈਵਰ ਨੋ ਪ੍ਰੋਟੀਨ ਪਾਊਡਰਸ 'ਚੋਂ ਕੀ ਪਾ ਰਹੇ ਨੇ, you don't know like is it 100% protein or not। so always go for desi diet। ਤੇ ਜੋ ਹੋਰ ਵੀ ਜੋ ਕੁੜੀਆਂ ਨੇ ਇਸ ਦੇ ਵਿੱਚ ਆਉਣਾ ਚਾਹੁੰਦੀਆਂ ਨੇ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? go for it girls। I mean ਮੈਨੂੰ ਤਾਂ girls I just love girls, they're so beautiful creations of God। ਤੇ ਤੁਸੀਂ ਮਾਡਲਿੰਗ ਜਾਣਾ ਇਟਸ ਆਲ ਗੁੱਡ। ਆਪਾਂ ਡਰਦੇ ਹਾਂ ਵੀ ਮਾਡਲਿੰਗ ਇਜ਼ ਨਾਟ ਸੇਫ ਐਂਡ ਐਵਰੀਥਿੰਗ, ਬਟ ਯਾ ਹਰ ਜਦੋਂ ਆਪਾਂ ਕਿਸੇ ਵੀ ਕਰੀਅਰ ਫੀਲਡ ਦੀ ਗੱਲ ਕਰੀਏ, 2 ਪਹਿਲੂ ਹਰੇਕ ਸਿੱਕੇ ਦੇ ਹੁੰਦੇ ਨੇ। ਤੇ ਜੇ ਤੁਹਾਡੇ ਅੰਦਰ ਮੈਰਿਟ ਹੈ, ਕੈਪੇਬਿਲਿਟੀ ਹੈ, ਯੂ ਵਿਲ ਅਟਰੈਕਟ ਦ ਸੇਫਰ ਅਪੋਰਚੁਨਿਟੀਜ਼ ਫॉर ਯੂ ਐਂਡ ਮੇਕ ਅ ਮਾਰਕ। ਤਾਂ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਸਟੂਡੀਓ 'ਚ ਆਏ, ਤੁਸੀਂ ਸਾਰੀ ਗੱਲਬਾਤ ਸਾਂਝੀ ਕੀਤੀ, ਕਿਸ ਤਰੀਕੇ ਦਾ ਸਫ਼ਰ ਰਿਹਾ ਉਸ ਦੇ ਬਾਰੇ ਤੁਸੀਂ ਗੱਲਬਾਤ ਕੀਤੀ। ਜਨਤਾ ਨੇ ਵੀ ਸੁਣਿਆ ਹੋਵੇਗਾ ਕਿ ਕਿਸ ਤਰੀਕੇ ਦੇ ਨਾਲ ਤੁਹਾਡਾ ਸਫ਼ਰ ਰਿਹਾ ਹੈ। ਤਾਂ ਤੁਹਾਡੇ ਆਉਣ ਵਾਲੇ ਭਵਿੱਖ ਦੇ ਲਈ ਬਹੁਤ ਬਹੁਤ ਤੁਹਾਨੂੰ ਸ਼ੁਭਕਾਮਨਾਵਾਂ। ਤਾਂ ਫਿਲਹਾਲ ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਇੰਨਾ ਹੀ। ਸਾਨੂੰ ਦਿਓ ਇਜਾਜ਼ਤ। ਧੰਨਵਾਦ।